हाँ जी प्यारे विद्यार्थियों, अज असीं क्लास 10वीं की सहितमाला किताब विचों कवि शाह हुसैन जी पढ़ांगे। शाह हुसैन कवि सूफी कवि होए हन ते इन्हां दे जो कवितावां जां काफियां रचियां हन वो साडे सिलेबस कुछ कुछ ऐड हन। सब तो पहलां तां ਇਹ मैं तुहानूं दसनी चाहांगी गल कि इस विच ਪ੍ਰੀਖਿਆ ਦੇ ਵਿੱਚ ਕੁਐਸਚਨ ਸਹਿਤਮਾਲਾ ਕਿਤਾਬ ਕਵੀਆਂ ਵਾਲੇ ਭਾਗ ਵਿੱਚ ਕਿਸ ਤਰ੍ਹਾਂ ਦੇ ਆਉਂਦੇ ਹਨ। ਉਸ ਦੇ ਵਿੱਚ 2 ਪ੍ਰਸੰਗ ਦੱਸ ਕੇ ਵਿਆਖਿਆ ਵਾਲੇ ਕੁਐਸਚਨ ਆਉਂਦੇ ਹਨ। ਪ੍ਰਸੰਗ ਦੇ ਅਲੱਗ ਨੰਬਰ ਮਿਲਦੇ ਹਨ ਔਰ ਵਿਆਖਿਆ ਦੇ ਅਲੱਗ। 4 ਕਾਵਿ ਨੇ। 4 ਕਾਵਿ ਦੇ ਵਿੱਚੋਂ ਕੋਈ 2 ਤੁਹਾਨੂੰ ਸੈੱਟ ਕਰਕੇ ਜੋ ਪੇਪਰ ਸੈੱਟ ਪਾਉਂਦਾ ਹੈ ਕੁਐਸਚਨ ਤੇ ਤੁਸੀਂ ਠੀਕ ਤਰੀਕੇ ਨਾਲ ਉਹਨਾਂ ਨੂੰ ਕਰਨਾ ਹੁੰਦਾ ਹੈ। ਇਸ ਤੋਂ ਇਲਾਵਾ ਇਹਨਾਂ ਵਾਲੇ ਕਵਿਤਾਵਾਂ ਵਾਲੇ ਭਾਗ ਦੇ ਵਿੱਚੋਂ ਇਹਨਾਂ ਹੀ ਕਵਿਤਾਵਾਂ ਦੇ ਕੇਂਦਰੀ ਭਾਵ ਵੀ ਆਉਂਦੇ ਹਨ। ਵਸਤੂ ਨਿਸ਼ਟ ਪ੍ਰਸ਼ਨ ਉੱਤਰ ਆਉਂਦੇ ਹਨ ਤੇ ਇਸ ਤਰ੍ਹਾਂ ਦੇ ਹਿਸਾਬ ਨਾਲ ਇਸ ਪੁਆਇੰਟ ਆਫ ਵਿਊ ਤੋਂ ਤੁਹਾਨੂੰ ਇਸ ਕਿਤਾਬ ਸਹਿਤਮਾਲਾ ਦੇ ਕਵੀਆਂ ਦੀਆਂ ਕਵਿਤਾਵਾਂ ਦੀ ਤਿਆਰੀ ਕਰਨ ਦੀ ਜ਼ਰੂਰਤ ਹੈ। ਪ੍ਰਸੰਗ ਦੇ ਵਿੱਚ ਵੇਖਿਆ ਜਾਵੇ ਤਾਂ ਅਸੀਂ ਕੀ ਕਰਨਾ ਹੁੰਦਾ ਹੈ, ਅਸੀਂ 3 ਕੱਕਿਆਂ ਦੇ ਜਵਾਬ ਦੇਣੇ ਹੁੰਦੇ ਹਨ। ਨੰਬਰ 1 ਕਿਤਾਬ, ਕਿਹੜੀ ਕਿਤਾਬ? ਸਹਿਤਮਾਲਾ ਕਿਤਾਬ। ਕਵੀ, ਜਿਹੜੀਆਂ ਕਾਵਿ ਸਤਰਾਂ ਜਾਂ ਕਾਵਿ ਟੁੱਟਾਂ ਤੁਸੀਂ ਪੜ੍ਹ ਰਹੇ ਹੋ ਉਹਨਾਂ ਦੇ ਵਿੱਚੋਂ ਜੋ ਤੁਹਾਨੂੰ ਉਸ ਦਾ ਕਵੀ ਪਤਾ ਹੈ ਕਿ ਇਸ ਦਾ ਇਹ ਕਵੀ ਬਣਦਾ ਹੈ ਉਹ ਲਿਖ ਦਿਓ। ਨੈਕਸਟ, ਇਸ ਪ੍ਰਸੰਗ ਦੇ ਵਿੱਚ ਕਵੀ ਨੇ ਕਾਵਿ ਟੋਟੇ ਦੇ ਵਿੱਚ ਕੀ ਕਹਿਣ ਦੀ ਕੋਸ਼ਿਸ਼ ਕੀਤੀ ਹੈ ਉਹ ਦੱਸ ਦਿਓ। ਸਾਰੀ ਚੀਜ਼ ਨੂੰ ਅਲੱਗ-ਅਲੱਗ ਤੌਰ 'ਤੇ ਅੰਡਰਲਾਈਨ ਕਰਕੇ ਹਾਈਲਾਈਟ ਕਰ ਦਿਓ ਤਾਂ ਕਿ ਜੋ ਪੇਪਰ ਚੈੱਕ ਕਰਨ ਵਾਲਾ ਹੈ ਉਸ ਉੱਪਰ ਜ਼ਿਆਦਾ ਪ੍ਰਭਾਵ ਪਵੇ ਔਰ ਤੁਹਾਡੇ ਸੋਹਣੇ ਤਰੀਕੇ ਨਾਲ ਲਿਖੇ ਦੇ ਨੰਬਰ ਲੱਗ ਜਾਣ। ਹੁਣ ਸਭ ਤੋਂ ਪਹਿਲਾਂ ਅਸੀਂ ਕਵਿਤਾ ਪੜ੍ਹਦੇ ਹਾਂ ਸ਼ਾਹ ਹੁਸੈਨ ਜੀ ਦੀ। ਰੱਬਾ ਮੇਰੇ ਹਾਲ ਦਾ ਮਹਿਰਮ ਤੂੰ, ਰਹਾਓ ਅੰਦਰ ਤੂੰ ਹੈ ਬਾਹਰ ਤੂੰ ਹੈ, ਰੋਮ ਰੋਮ ਵਿੱਚ ਤੂੰ। ਤੂੰ ਹੈ ਤਾਨਾ ਤੂੰ ਹੈ ਬਾਨਾ, ਸਭ ਕੁਛ ਮੇਰਾ ਤੂੰ। ਕਹਿ ਹੁਸੈਨ ਫਕੀਰ ਨਿਮਾਨਾ, ਮੈਂ ਨਹੀਂ ਸਭ ਤੂੰ। ਬੱਚੋ, ਇਸ ਕਾਵਿ ਟੋਟੇ ਦਾ ਪ੍ਰਸੰਗ ਇਸ ਤਰ੍ਹਾਂ ਹੈ। ਇਹ ਕਾਵਿ ਟੋਟਾ 10ਵੀਂ ਜਮਾਤ ਦੀ ਪੰਜਾਬੀ ਦੀ ਸਹਿਤਮਾਲਾ ਪੁਸਤਕ ਵਿੱਚ ਸਭ ਕੁਛ ਮੇਰਾ ਤੂੰ ਸਿਰਲੇਖ ਹੇਠ ਦਰਜ ਹੈ। ਇਹ ਸ਼ਾਹ ਹੁਸੈਨ ਦੁਆਰਾ ਰਚੀ ਹੋਈ ਇੱਕ ਕਾਫੀ ਹੈ। ਇਸ ਵਿੱਚ ਕਵੀ ਆਪਣੀ ਹੋਂਦ ਨੂੰ ਨਕਾਰ ਕੇ ਪਰਮਾਤਮਾ ਦੀ ਸੱਚ ਨੂੰ ਬਿਆਨ ਕਰਦਾ ਹੈ। ਇਹ ਵਿਆਖਿਆ ਇਸ ਤਰ੍ਹਾਂ ਹੈ। ਸ਼ਾਹ ਹੁਸੈਨ ਨਿਮਰਤਾ ਦੇ ਭਾਵ ਨਾਲ ਪਰਮਾਤਮਾ ਨੂੰ ਸੰਬੋਧਨ ਕਰਕੇ ਕਹਿੰਦਾ ਏ ਕਿ ਮੇਰੇ ਹਰ ਦਰਦ ਭਰੇ ਹਾਲਾਤ ਦਾ ਭੇਤੀ ਪਰਮਾਤਮਾ ਹੈ। ਮੇਰੇ ਅੰਦਰ ਅਤੇ ਬਾਹਰ ਪਰਮਾਤਮਾ ਹੀ ਵਸਦਾ ਹੈ। ਉਹ ਮੇਰੇ ਰੋਮ ਰੋਮ ਵਿੱਚ ਵਸਦਾ ਹੈ। ਪਰਮਾਤਮਾ ਮੇਰੇ ਸਰੀਰ ਰੂਪੀ ਕੱਪੜੇ ਦਾ ਤਾਣਾ ਅਤੇ ਬਾਣਾ ਹੈ। ਭਾਵ ਪਰਮਾਤਮਾ ਤੋਂ ਬਿਨਾਂ ਮੇਰੇ ਸਰੀਰ ਦਾ ਕੋਈ ਵਜੂਦ ਹੀ ਨਹੀਂ ਹੈ। ਸ਼ਾਹ ਹੁਸੈਨ ਇੱਕ ਫਕੀਰ ਨਿਮਾਣਾ, ਇੱਕ ਆਜਿਜ਼ ਜਿਹਾ ਗਰੀਬੜਾ ਜਿਹਾ ਕਵੀ ਆਪਣੇ ਆਪ ਨੂੰ ਸੰਬੋਧਨ ਕਰਕੇ ਕਹਿ ਰਹੇ ਹਨ ਕਿ ਨਿਮਰਤਾ ਦਾ ਭਾਵ ਨਾਲ ਲਿਖਦਾ ਹੋਇਆ ਕਿ ਮੇਰੇ ਵਿੱਚ ਮੇਰਾ ਕੁਝ ਵੀ ਨਹੀਂ ਹੈ, ਸਗੋਂ ਜੋ ਕੁਝ ਵੀ ਹੈ ਉਹ ਸੱਚੇ ਪ੍ਰਭੂ ਦਾ ਹੀ ਹੈ। ਮੇਰੀ ਆਪਣੀ ਕੋਈ ਹਸਤੀ ਹੈ ਹੀ ਨਹੀਂ। ਇਹਨਾਂ ਵਿੱਚੋਂ ਕਾਵਿ ਸਤਰਾਂ ਦਾ ਕੇਂਦਰੀ ਭਾਵ ਕੀ ਬਣਦਾ ਹੈ? ਮਨੁੱਖ ਦੀ ਆਪਣੀ ਕੋਈ ਹਸਤੀ ਨਹੀਂ ਹੈ, ਸਗੋਂ ਜੋ ਕੁਝ ਹੈ ਪਰਮਾਤਮਾ ਆਪ ਹੀ ਹੈ ਅਤੇ ਉਸ ਦੇ ਅੰਦਰ ਅਤੇ ਬਾਹਰ ਹਰ ਜਗ੍ਹਾ ਵਸਦਾ ਹੈ। ਉਸ ਦੇ ਸਰੀਰ ਦਾ ਤਾਣਾ ਅਤੇ ਬਾਣਾ ਪਰਮਾਤਮਾ
आप ही है। ਇਹ ਬੱਚੋ ਕਵਿਤਾ ਸ਼ਾਹ ਹੁਸੈਨ ਦੀ ਸਭ ਕੁਛ ਮੇਰਾ ਤੂੰ ਅਸੀਂ ਪੜ੍ਹੀ ਹੈ ਅਤੇ ਇਸ ਦੇ ਪ੍ਰਸੰਗ ਵੀ ਕਰ ਲਿਆ ਹੈ, ਵਿਆਖਿਆ ਵੀ ਕਰ ਲਈ ਹੈ। ਇਸ ਦਾ ਬਣਦਾ ਕੇਂਦਰੀ ਭਾਵ ਵੀ ਤੁਹਾਨੂੰ ਸਮਝਾ ਦਿੱਤਾ ਗਿਆ ਹੈ। ਹੁਣ ਆਉਣਗੇ ਬੱਚੋ ਇਸ ਦੇ ਵਸਤੂਨਿਸ਼ਟ ਪ੍ਰਸ਼ਨ ਉੱਤਰ। ਸਭ ਕੁਛ ਮੇਰਾ ਤੂੰ ਕਵਿਤਾ ਕਿਸ ਦੀ ਰਚਨਾ ਹੈ? ਸ਼ਾਹ ਹੁਸੈਨ ਦੀ। ਸਭ ਕੁਛ ਮੇਰਾ ਤੂੰ ਕਾਫੀ ਕਿਸ ਨੂੰ ਸੰਬੋਧਿਤ ਹੈ? ਰੱਬ ਨੂੰ। ਸਭ ਕੁਛ ਮੇਰਾ ਤੂੰ ਕਾਫੀ ਵਿੱਚ ਕਿਸ ਦੀ ਹੋਂਦ ਸਵੀਕਾਰ ਕੀਤੀ ਗਈ ਹੈ? ਰੱਬ ਦੀ। ਕਵੀ ਨੇ ਹਾਲ ਦਾ ਮਹਿਰਮ ਕਿਸ ਨੂੰ ਆਖਿਆ ਹੈ? ਰੱਬ ਨੂੰ। ਸਭ ਕੁਛ ਮੇਰਾ ਤੂੰ ਕਾਫੀ ਵਿੱਚ ਕਵੀ ਆਪਣੇ ਆਪ ਲਈ ਕਿਹੜੇ ਸ਼ਬਦ ਦੀ ਵਰਤੋਂ ਕਰਦਾ ਹੈ? ਨਿਮਾਣਾ। ਆਜਿਜ਼। ਆਪਣੇ ਆਪ ਨੂੰ ਸ਼ਾਹ ਹੁਸੈਨ ਜੀ ਕੀ ਕਹਿੰਦੇ ਹਨ ਕਿ ਉਹ ਇੱਕ ਨਿਮਾਣਾ ਕਵੀ ਹੈ। ਅਤੇ ਬੱਚੋ ਨੈਕਸਟ ਕਵਿਤਾ ਸਾਡੇ ਕੋਲ ਇਹਨਾਂ ਦੀ ਸਿਲੇਬਸ ਜੋ ਐਡ ਹੈ ਸਾਈਂ ਜਿਨ੍ਹਾਂ ਵੱਲ। ਕਵਿਤਾ ਦਾ ਨਾਮ ਹੈ ਸਾਈਂ ਜਿਨ੍ਹਾਂ ਵੱਲ। ਕਵਿਤਾ ਦਾ ਸਿਰਲੇਖ ਹੈ ਸਾਈਂ ਜਿਨ੍ਹਾਂ ਵੱਲ ਤਿੰਨਾਂ ਨੂੰ ਗਮ ਕਹਿਦਾ ਵੇ ਲੋਕਾ ਰਹਾਓ। ਸੇਈ ਭਲੀਆਂ ਜੋ ਰੱਬ ਵੱਲ ਆਈਆਂ ਜਿਨ੍ਹਾਂ ਨੂੰ ਇਸ਼ਕ ਚਰੋਕਾ ਵੇ ਲੋਕਾ। ਇਸ਼ਕੇ ਦੀ ਸਿਰ ਖਾਰੀ ਚਾਈਆਂ ਦਰ ਦਰ ਦੇਨੀਆਂ ਹੋਕਾ ਵੇ ਲੋਕਾ। ਕਹਿ ਹੁਸੈਨ ਫਕੀਰ ਸਾਈਂ ਦਾ ਲੱਦਾ ਹੀ ਪ੍ਰੇਮ ਚਰੋਖਾ ਵੇ ਲੋਕਾ। ਇਹਦੇ 3 ਬੰਦ ਨੇ ਬੱਚੋ ਅਤੇ ਚੌਥਾ ਬੰਦ ਆਖਰੀ ਜੋ ਰਿਪੀਟ ਹੋ ਰਿਹਾ ਸਾਈਂ ਜਣੰਦੜੇ ਵੱਲ ਤਿੰਨਾਂ ਨੂੰ ਗਮ ਕਹਿਦਾ ਵੇ ਲੋਕਾ। ਹੋ ਮੈਂ ਵਾਰੀ ਗਮ ਕਹਿਦਾ ਵੇ ਲੋਕਾ। ਇਹਨਾਂ ਦਾ ਪ੍ਰਸੰਗ ਕਾਵ ਟੋਟੇ ਜਾਂ ਕਾਵ ਸਤਰਾਂ ਦਾ ਇਸ ਤਰ੍ਹਾਂ ਹੈ। ਇਹ ਕਾਵ ਟੋਟਾ 10ਵੀਂ ਜਮਾਤ ਦੀ ਪੰਜਾਬੀ ਦੀ ਸਾਹਿਤਮਾਲਾ ਪੁਸਤਕ, ਕਿਤਾਬ ਦਾ ਨਾਮ ਲਿਖਾਂਗੇ ਸਾਹਿਤਮਾਲਾ ਪੁਸਤਕ। ਅਤੇ ਹੁਣ ਸਿਰਲੇਖ ਦੀ ਗੱਲ ਕਰਦੇ ਹਾਂ। ਸਿਰਲੇਖ ਦਾ ਨਾਮ ਹੈ ਸਾਈਂ ਜਿਨ੍ਹਾਂ ਵੱਲ। ਸਾਈਂ ਜਿਨ੍ਹਾਂ ਵੱਲ ਸਿਰਲੇਖ ਹੇਠ ਦਰਜ ਹੈ। ਇਹ ਸ਼ਾਹ ਹੁਸੈਨ ਦੁਆਰਾ ਰਚੀ ਇੱਕ ਕਾਫੀ ਹੈ। ਇਸ ਵਿੱਚ ਕਵੀ ਦੱਸਦਾ ਹੈ ਕਿ ਜਿਨ੍ਹਾਂ ਨੂੰ ਪਰਮਾਤਮਾ ਦਾ ਸਾਥ ਪ੍ਰਾਪਤ ਹੁੰਦਾ ਹੈ ਉਹਨਾਂ ਨੂੰ ਕਿਸੇ ਪ੍ਰਕਾਰ ਦਾ ਕੋਈ ਗਮ ਜਾਂ ਡਰ ਭੈ ਨਹੀਂ ਹੁੰਦਾ, ਉਹ ਬੇਪਰਵਾਹ ਹੁੰਦੇ ਹਨ। ਵਿਆਖਿਆ ਬੱਚੋ ਇਹਨਾਂ ਕਾਵਿ ਸਤਰਾਂ ਦੀ। ਸ਼ਾਹ ਹੁਸੈਨ ਇਸਤਰੀ ਦੇ ਰੂਪ ਵਿੱਚ ਲੋਕਾਂ ਨੂੰ ਸੰਬੋਧਨ ਹੋ ਕੇ ਕਹਿੰਦਾ ਏ ਕਿ ਜਿਨ੍ਹਾਂ ਦੇ ਨਾਲ ਪ੍ਰਮਾਤਮਾ ਆਪ ਹੁੰਦਾ ਹੈ, ਪ੍ਰਮਾਤਮਾ ਦੀ ਮਿਹਰ ਹੁੰਦੀ ਹੈ, ਉਹਨਾਂ ਨੂੰ ਕਿਸੇ ਪ੍ਰਕਾਰ ਦਾ ਕੋਈ ਗਮ ਜਾਂ ਡਰ ਭੈ ਨਹੀਂ ਹੁੰਦਾ। ਉਹ ਜੀਵ ਇਸਤਰੀਆਂ ਚੰਗੀਆਂ ਹਨ ਜਿਨ੍ਹਾਂ ਦੇ ਦਿਲ ਵਿੱਚ ਰੱਬੀ ਇਸ਼ਕ ਦੀ ਲੰਮੇ ਸਿਰ ਤੋਂ ਲੱਗੀ ਹੋਈ ਲਗਨ ਹੋਣ ਕਰਕੇ ਉਹ ਪ੍ਰਮਾਤਮਾ ਦੇ ਪ੍ਰੇਮ ਵਾਲਾ ਵਣਜ ਕਰਨ ਲੱਗੀਆਂ ਹੋਈਆਂ ਹਨ। ਉਹ ਆਪਣੇ ਸਿਰ 'ਤੇ ਰੱਬੀ ਇਸ਼ਕ ਦੀ ਟੋਕਰੀ ਚੁੱਕ ਕੇ ਦਰ ਦਰ 'ਤੇ ਜਾ ਕੇ ਪ੍ਰਭੂ ਪ੍ਰੇਮ ਦੇ ਵਣਜ ਦਾ ਹੋਕਾ ਦਿੰਦੀਆਂ ਹਨ। ਪਰਮਾਤਮਾ ਲਈ ਪ੍ਰੇਮ ਵਿੱਚ ਰੰਗਿਆ ਫਕੀਰ ਸ਼ਾਹ ਹੁਸੈਨ ਕਹਿੰਦਾ ਏ ਕਿ ਮੈਂ ਇਸ਼ਕ ਪ੍ਰਾਪਤੀ ਉਸ ਜ਼ਰੀਏ ਨੂੰ ਲੱਭ ਲਿਆ ਹੈ ਜਿੱਥੇ ਮੈਂ ਆਪਣੇ ਪਿਆਰੇ ਪ੍ਰਭੂ ਦੇ ਦਰਸ਼ਨ ਕਰ ਸਕਦੀ ਹਾਂ। ਜਿਨ੍ਹਾਂ ਦੇ ਨਾਲ ਪਰਮਾਤਮਾ ਹੁੰਦਾ ਏ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਡਰ ਅਤੇ ਗਮ ਨਹੀਂ ਹੁੰਦਾ। ਉਹ ਆਪਣੇ ਪ੍ਰਭੂ ਤੋਂ ਕੁਰਬਾਨ ਜਾਂਦੀ ਹੈ। ਜਿਨ੍ਹਾਂ ਦੀ ਮਿਹਰ ਸਦਕਾ ਮੈਂ ਦੁਨੀਆ ਤੋਂ ਬੇਪਰਵਾਹ ਹੋ ਗਈ ਹਾਂ। ਇਸ ਵਿੱਚ ਜੀਵ ਇਸਤਰੀ ਜੋ ਸਾਡੀ ਆਤਮਾ ਹੈ ਉਸਨੂੰ ਜੀਵ ਇਸਤਰੀ ਦੇ ਰੂਪ ਵਿੱਚ ਸੰਬੋਧਨ ਕੀਤਾ ਹੈ ਕਿ ਕਿਸ ਤਰ੍ਹਾਂ ਇਹ ਜਿਹੜੀ ਹੈ ਜੀਵ ਆਤਮਾ ਸਾਡੀ ਰੱਬ ਦੇ ਵਣਜ ਦਾ ਨਾਮ ਦਾ ਵਪਾਰ ਕਰਨ ਆਉਂਦੀ ਹੈ ਅਤੇ ਸਾਨੂੰ ਉਸੇ ਦੇ ਰੱਬ ਦੇ ਨਾਮ ਦਾ ਵਪਾਰ ਹੀ ਕਰਨਾ ਚਾਹੀਦਾ ਹੈ, ਉਸੇ ਦਾ ਨਾਮ ਹੀ ਜਪਣਾ ਚਾਹੀਦਾ ਹੈ, ਤਦ ਹੀ ਸਾਡਾ ਇੱਥੇ ਆਉਣਾ ਸਫਲ ਹੈ। ਇਸ ਦਾ ਕੇਂਦਰੀ ਭਾਵ ਜਿਨ੍ਹਾਂ 'ਤੇ ਰੱਬ ਦੀ ਮਿਹਰ ਹੁੰਦੀ ਹੈ ਉਹਨਾਂ ਨੂੰ ਕੋਈ ਡਰ ਜਾਂ ਭੈ ਨਹੀਂ ਹੁੰਦਾ। ਉਹ ਇਸ ਅਵਸਥਾ ਨੂੰ ਪ੍ਰਾਪਤ ਕਰਦੇ ਹਨ ਜਿਹੜੇ ਰੱਬ ਦੇ ਇਸ਼ਕ ਦਾ ਵਣਜ ਵਪਾਰ ਕਰਦੇ ਹਨ।
ਤੇ ਬੱਚੋ ਇਸ ਕਵਿਤਾ ਸਾਈਂ ਜਿੰਨਾ ਨੰਦੜੇਵਾਲ ਦੇ ਵਸਤੂਨਿਸ਼ਟ ਪ੍ਰਸ਼ਨ ਉੱਤਰ ਪੇਪਰ ਦੇ ਨਜ਼ਰੀਏ ਤੋਂ ਜੋ ਪੇਪਰ 'ਚ ਆਉਂਦੇ ਹਨ, ਫਾਈਨਲ ਪੇਪਰ ਸਿੱਖਿਆ ਬੋਰਡ ਦੇ ਜਿਹੜੇ ਆਉਂਦੇ ਹਨ 10ਵੀਂ ਦੇ, ਸਾਈਂ ਜਿੰਨਾ ਨੰਦੜੇਵਾਲ ਕਾਫੀ ਕੀ ਇਸ ਦੀ ਰਚਨਾ ਹੈ। ਸ਼ਾਹ ਹੁਸੈਨ ਦੀ, ਕਿੰਨਾਂ ਨੂੰ ਕੋਈ ਗਮ ਨਹੀਂ ਹੁੰਦਾ ਜਿਨ੍ਹਾਂ ਵੱਲ ਸਾਈਂ ਹੋਵੇ, ਪਰਮਾਤਮਾ ਆਪ ਹੋਵੇ। ਸ਼ਾਹ ਹੁਸੈਨ ਕਿਹੜੇ ਇਸ਼ਕ ਦੀ ਗੱਲ ਕਰਦਾ ਹੈ? ਹਕੀਕੀ, ਮਤਲਬ ਪਰਮਾਤਮਾ ਦੇ ਪਿਆਰ ਦੀ। ਜੀਵ ਇਸਤਰੀ ਸਿਰ ਉੱਤੇ ਚੁੱਕ ਕੇ ਦਰ ਦਰ ਹੋਕਾ ਦੇ ਰਹੀ ਹੈ। ਕੀ ਚੁੱਕ ਕੇ ਦਰ ਦਰ ਹੋਕਾ ਦੇ ਰਹੀ? ਇਸ਼ਕ ਦੀ ਖਾਈ, ਉਸ ਪਰਮਾਤਮਾ ਦੇ ਪਿਆਰ ਦੀ ਟੋਕਰੀ ਚੁੱਕੀ। ਜੀਵ ਇਸਤਰੀ ਕਾਹਦਾ ਵਪਾਰ ਕਰੀ ਹੈ? ਰੱਬੀ ਇਸ਼ਕ ਦਾ। ਅਤੇ ਨੈਕਸਟ ਬੱਚੋ ਕਵਿਤਾ ਸਾਡੇ ਸਿਲੇਬਸ ਵਿੱਚ, ਆਪ ਨੂੰ ਪਛਾਣ। ਜੈ ਤੇ ਆਪਣਾ ਆਪ ਪਛਾਤਾ, ਸਾਈਂ ਦਾ ਮਿਲਣ ਆਸਾਨ ਰਹਾਓ। ਸੋਇਨੇ ਦੇ ਕੋਟ ਰੁਪਹਿਰੀ ਛੱਜੇ, ਹਰ ਬਿਨ ਜਾਣ ਮਸਾਨ। ਤੇਰੇ ਸਿਰ 'ਤੇ ਜਮ ਸਾਜ਼ਿਸ਼ ਕਰਦਾ, ਭਾਵੇਂ ਤੂੰ ਜਾਣ ਨਾ ਜਾਣ। ਪ੍ਰਸੰਗ ਬੱਚੋ, ਇਹ ਕਾਵਿ ਟੋਟਾ 10ਵੀਂ ਜਮਾਤ ਦੀ ਪੰਜਾਬੀ ਦੀ ਸਾਹਿਤਮਾਲਾ ਪੁਸਤਕ ਵਿੱਚ ਆਪ ਨੂੰ ਪਛਾਣ ਸਿਰਲੇਖ ਹੇਠ ਦਰਜ ਹੈ। ਇਹ ਸ਼ਾਹ ਹੁਸੈਨ ਦੁਆਰਾ ਰਚੀ ਹੋਈ ਇੱਕ ਕਾਫੀ ਹੈ। ਇਸ ਵਿੱਚ ਕਵੀ ਮਨੁੱਖ ਨੂੰ ਆਪੇ ਦੀ ਪਛਾਣ ਕਰਨ ਲਈ ਕਹਿੰਦਾ ਹੈ, ਜਿਸ ਨਾਲ ਸਾਈਂ ਨੂੰ ਮਿਲਣਾ ਆਸਾਨ ਹੋ ਜਾਂਦਾ ਹੈ, ਸੌਖਾ ਹੋ ਜਾਂਦਾ ਹੈ। ਅਤੇ ਵਿਆਖਿਆ ਇਸ ਕਾਵਿ ਟੋਟੇ ਦੀ ਇਹ ਬਣੀ, ਸ਼ਾਹ ਹੁਸੈਨ ਕਹਿੰਦੇ ਨੇ ਕਿ ਇਹ ਮਨੁੱਖ ਆਪਣੇ ਆਪ ਦੀ ਪਛਾਣ ਕਰਕੇ ਤੇਰੀ ਆਪਣੀ ਕੀ ਹਸਤੀ ਹੈ, ਤੂੰ ਕੌਣ ਹੈ, ਕਿਸ ਕੰਮ ਲਈ ਸੰਸਾਰ ਉੱਪਰ ਆਇਆ ਹੈ। ਜੇਕਰ ਤੂੰ ਆਪਣੇ ਆਪ ਨੂੰ ਪਛਾਣ ਲਿਆ ਤਾਂ ਤੈਨੂੰ ਪਰਮਾਤਮਾ ਦੇ ਨਾਲ ਮਿਲਣਾ ਆਸਾਨ ਹੋ ਜਾਵੇਗਾ। ਪਰਮਾਤਮਾ ਦੇ ਸਿਮਰਨ ਤੋਂ ਬਿਨਾਂ ਸੰਸਾਰਿਕ ਪਦਾਰਥਾਂ ਦੇ ਅਡੰਬਰ ਕਿਸੇ ਕੰਮ ਨਹੀਂ। ਪਰਮਾਤਮਾ ਦੇ ਨਾਮ ਤੋਂ ਬਿਨਾਂ ਚਾਂਦੀ ਦੇ ਛੱਜਿਆਂ ਵਾਲੇ ਸੋਨੇ ਦੇ ਕਿਲ੍ਹੇ ਕਿਸੇ ਸ਼ਮਸ਼ਾਨ ਭੂਮੀ ਦੀ ਤਰ੍ਹਾਂ ਹਨ। ਤੂੰ ਆਪਣੀ ਇਸ ਦੌਲਤ ਦੇ ਹੰਕਾਰ ਵਿੱਚ ਪਰਮਾਤਮਾ ਨੂੰ ਭੁੱਲ ਗਿਆ ਹੈ। ਤੂੰ ਇਸ ਗੱਲ ਨੂੰ ਸਵੀਕਾਰ ਕਰ ਭਾਵੇਂ ਨਾ, ਪਰ ਤੇਰੇ ਸਿਰ ਉੱਤੇ ਜਮਦੂਤ ਤੈਨੂੰ ਮਾਰਨ ਦੀ ਗੋਂਦ ਗੁੰਦ ਰਿਹਾ ਹੈ। 3.5 ਹੱਥ ਮਿਣਖਤ ਸਾਡਾ, ਏਡੀ ਤੂੰ ਤਾਣ ਨਾ ਤਾਣ। ਸੋਨੇ ਰੂਪਾ ਤੇ ਮਾਲ ਖਜ਼ੀਨਾ, ਹੋਏ ਰਿਹਾ ਮਹਿਮਾਨ। ਕਹਿ ਹੁਸੈਨ ਫਕੀਰ ਨਿਮਾਣਾ, ਛੱਡ ਦੇ ਖੁਦੀ 'ਤੇ ਗੁਮਾਨ। ਇਸ ਦਾ ਪ੍ਰਸੰਗ ਬੱਚਿਓ, ਇਹ ਕਾਵਿ ਟੋਟਾ 10ਵੀਂ ਜਮਾਤ ਦੀ ਪੰਜਾਬੀ ਦੀ ਸਾਹਿਤਮਾਲਾ ਪੁਸਤਕ ਵਿੱਚ ਆਪ ਨੂੰ ਪਛਾਣ ਸਿਰਲੇਖ ਹੇਠ ਦਰਜ ਹੈ। ਇਹ ਸ਼ਾਹ ਹੁਸੈਨ ਦੁਆਰਾ ਰਚੀ ਹੋਈ ਇੱਕ ਕਾਫੀ ਹੈ, ਜਿਸ ਵਿੱਚ ਕਵੀ ਮਨੁੱਖ ਨੂੰ ਸੰਸਾਰਿਕ ਪਦਾਰਥਾਂ ਦਾ ਤਿਆਗ ਕਰਕੇ ਆਪੇ ਪਛਾਣ ਕਰਨ ਲਈ ਕਹਿੰਦਾ ਹੈ, ਜਿਸ ਨਾਲ ਸਾਈਂ ਨੂੰ ਮਿਲਣਾ ਆਸਾਨ ਹੋ ਜਾਂਦਾ ਹੈ। ਇਸ ਦੀ ਵਿਆਖਿਆ, ਸ਼ਾਹ ਹੁਸੈਨ ਕਹਿੰਦਾ ਹੈ ਕਿ ਇਹ ਮਨੁੱਖ ਤੇਰੇ ਇਹ ਸੰਸਾਰਿਕ ਪਦਾਰਥਾਂ ਦੇ ਵੱਡੇ ਪਸਾਰੇ ਤੇਰੇ ਕਿਸੇ ਕੰਮ ਨਹੀਂ, ਕਿਉਂਕਿ ਤੇਰੇ ਕੋਲ ਕੇਵਲ 3.5 ਹੱਥ ਜ਼ਮੀਨ ਹੈ, ਜੋ ਤੇਰੀ ਅਸਲ ਮਲਕੀਅਤ ਹੈ, ਜਿਸ ਉੱਪਰ ਤੈਨੂੰ ਮਰਨ ਤੋਂ ਬਾਅਦ ਸਦਾ ਲਈ ਦਫਨਾ ਦੇਣਾ ਹੈ। ਇਸ ਲਈ ਤੈਨੂੰ ਸੰਸਾਰਕ ਅਡੰਬਰਾਂ ਦੇ ਪਸਾਰੇ ਵੱਲ ਧਿਆਨ ਨਹੀਂ ਦੇਣਾ ਚਾਹੀਦਾ, ਕਿਉਂਕਿ ਤੂੰ ਜਿਹੜੇ ਬੇਅੰਤ ਸੋਨਾ, ਚਾਂਦੀ, ਧਨ ਦੌਲਤ ਇਕੱਠੇ ਕੀਤੇ ਹੋਏ ਹਨ, ਇਹ ਸਭ ਇੱਕ ਮਹਿਮਾਨ ਦੀ ਤਰ੍ਹਾਂ ਹਨ। ਇਸ ਤਰ੍ਹਾਂ ਘਰ ਆਇਆ ਮਹਿਮਾਨ ਥੋੜ੍ਹੇ ਦਿਨ ਰਹਿ ਕੇ ਚਲਾ ਜਾਂਦਾ ਹੈ, ਬਹੁਤੇ ਦਿਨ ਨਹੀਂ ਰਹਿ ਸਕਦਾ। ਉਸੇ ਤਰ੍ਹਾਂ ਇਹ ਸਭ ਕੁਛ ਇੱਕ ਦਿਨ ਤੇਰੇ ਕੋਲ ਨਹੀਂ ਹੋਵੇਗਾ। ਸ਼ਾਹ ਹੁਸੈਨ ਨਿਮਾਣਾ ਫਕੀਰ ਬਣ ਕੇ ਕਹਿੰਦਾ ਹੈ ਕਿ ਤੈਨੂੰ ਇਸ ਸੰਸਾਰਿਕ ਪਦਾਰਥਾਂ ਦੇ ਮੋਹ ਅਤੇ ਆਪਣੇ ਹੰਕਾਰ ਦਾ ਤਿਆਗ ਕਰ ਦੇਣਾ ਚਾਹੀਦਾ ਹੈ। ਕਵੀ ਨੇ ਦੁਨੀਆ ਦੀ ਨਾਸ਼ਮਾਨਤਾ ਦੀ ਗੱਲ ਕੀਤੀ ਹੈ
कि आखिर इंसान दी जो होनी है उसकी मौत है, तो फिर भी वो संसारक पदार्थ इकट्ठे करता है जिसकी कि उसनूं जरूरत नहीं है। चाहे सोने दे, चांदी दे, धन दौलत दे अंबार ढेरां दे ढेर इकट्ठे कर लवे, पर उसके नाल ये सब कुछ विचों कुछ भी नहीं जाएगा। इसका केंद्री भाव बच्चों कविता का मनुख नूं सिर ते चढ़ी खड़ी अपनी मौत का ख्याल करदिआं नष्ट होने वाले संसारिक पदार्थां ਅਤੇ अपने हंकार का त्याग करके अपने आप की पछाण करनी चाहिए है। इस तरह उसनूं परमात्मा दे नाल मिलना सौखा हो जाएगा। तो इस कविता के वस्तुनिष्ठ प्रश्न उत्तर बच्चों, आप नूं पछाण काफ़ी किस दी रचना है? शाह हुसैन दी। आप नूं पछाण काफ़ी किस नूं संबोधित है? बंदे नूं। बंदे नूं किस दी पछाण कर लई किया गया है? अपने आप दी। बंदे दे काम आउण वाली असल जायदाद किन्नी है? 3.5 अठ। 3.5 अठ जिस विच उसनूं आखिर ते दफना दिता जांदा है। चांदी दे छज्जिआं वाले सोने दे किले क्यों शमशान समान हैं? प्रभु दी याद तो बिना। आप नूं पछाण कविता विच शाह हुसैन मनुख नूं किहड़ी चीज़ छड्डण लई आखदा है? खुदी ते गुमान, खुद ते हंकार करना। आपे दी पछाण करन नाल की आसान हो जाता है? परमात्मा नूं मिलना आसान हो जाता है। शाह हुसैन किस कावधारा का कवि है? सूफी कावधारा। शाह हुसैन का जन्म कदों होया? 1539 ईस्वी नूं। शाह हुसैन ने किस काव्य रूप विच रचना की है? काफ़ी विच। शाह हुसैन दे कुल किन्नियां काफ़ियां रचियां हन? 162। तो बच्चों, ये कविता सी साडियां शाह हुसैन दियां ਸਾਹਿਤਮਾਲਾ किताब विचों लईआं गईआं सन। इन्हां दे कवितावां दे ही तुसीं हर कविता विचों एक एक प्रसंग दस के व्याख्या वाला क्वेश्चन करना है और वस्तुनिष्ठ प्रश्न उत्तर करने हैं। इस तो इलावा केंद्री भाव भी करने हैं। तो बच्चों, इन्ना काम है जो तुसी अपना पक्कियां कापियां उत्ते करके लियाना है। अज दा काम बस इन्ना ही। धन्नवाद। थैंक यू।